ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ, ਜੈ ਮਸੀਹ ਦੀ। ਬਦਕਵਾਲ ਜੀ, ਆਪਾਂ ਜੀ ਸਰ। ਬਾਈਬਲ ਸਟੱਡੀ ਕਰ ਰਹੇ ਹੈਗੇ ਆ ਪਵਿੱਤਰ ਆਤਮਾ ਦੇ ਕੰਮਾਂ ਦੇ ਉੱਪਰ। ਅੱਛਾ ਜੀ। ਜੀ। ਪਵਿੱਤਰ ਆਤਮਾ ਦੇ ਉੱਪਰ ਵੱਖਰੇ ਵੱਖਰੇ ਸਵਾਲ ਆਪਾਂ ਕਰ ਰਹੇ ਹੈਗੇ ਆ। ਹੁਣ ਆਪਣਾ ਸਵਾਲ ਹੈ ਜੀ, ਪਵਿੱਤਰ ਆਤਮਾ ਦੇ ਕੰਮ ਇਨਸਾਨਾਂ ਤੋਂ ਹਟ ਕੇ ਬਾਕੀ ਜਿਹੜੀ ਸ੍ਰਿਸ਼ਟੀ ਹੈਗੀ ਆ, ਕ੍ਰੀਏਸ਼ਨ ਹੈਗੀ ਆ, ਉਹਦੇ ਵਿੱਚ ਪਵਿੱਤਰ ਆਤਮਾ ਦੇ ਕੀ ਕੰਮ ਹਨ? ਜਿੱਦਾਂ ਜਾਨਵਰ ਵੀ ਹੋਏ ਜਾਂ ਪਸ਼ੂ ਪੰਛੀ ਔਰ ਸ੍ਰਿਸ਼ਟੀ, ਚੰਦ, ਸੂਰਜ, ਤਾਰੇ। ਵੈਸੇ ਤਾਂ ਸਭ ਕੁਛ ਰੱਬ ਨੇ ਪਵਿੱਤਰ ਆਤਮਾ ਦੇ ਨਾਲ, ਟਰਾਈਨ ਗॉड, ਤ੍ਰਿਏਕ ਪਰਮੇਸ਼ਰ ਨੇ ਸਭ ਕੁਛ ਇਹ ਇਕੱਠਾ ਬਣਾਇਆ ਹੈ ਨਾ। ਕ੍ਰੀਏਸ਼ਨ ਤੋਂ ਬਿਨਾਂ ਹੁਣ ਮਤਲਬ ਹੋਰ ਬਾਕੀ ਕਿੱਥੇ ਕਿੱਥੇ ਕੀ ਕੰਮ ਹੈਗੇ ਆ? ਰੱਬ ਕਮਿਊਨੀਕੇਟ ਕਰਦਾ ਆ ਸ੍ਰਿਸ਼ਟੀ ਦੇ ਨਾਲ, ਬਾਕੀ ਇਨਸਾਨਾਂ ਤੋਂ ਬਿਨਾਂ ਉਹਦਾ ਦਾ ਕੋਈ ਰਾਬਤਾ, ਕੋਈ ਲਿੰਕ, ਕੋਈ ਕਨੈਕਸ਼ਨ ਹੈ ਪਰਮੇਸ਼ਰ ਦਾ ਆਪਣੇ ਬਾਕੀ ਸ੍ਰਿਸ਼ਟੀ ਦੇ ਨਾਲ ਪਵਿੱਤਰ ਆਤਮਾ ਦੇ ਜ਼ਰੀਏ, ਜਾਂ ਕਿਸ ਤਰ੍ਹਾਂ ਵੀ? ਹਾਂਜੀ, ਕੀ ਬਾਤ ਹੈ ਯਾਰ, ਇਹ ਸਵਾਲ ਬਹੁਤ ਹੀ ਅੱਛੇ ਨੇ। ਮੈਂ ਤੇ ਬਹੁਤ ਹੀ ਖੁਸ਼ ਹਾਂ। ਹਾਂਜੀ, ਹਾਲੇਲੂਇਆ। ਸੋ ਚਲੋ ਪਹਿਲੇ ਆ ਜਾਓ, ਇਹ ਕੀ ਕਹਿੰਦੇ ਹੋ, ਚਰਿੰਦ, ਪਰਿੰਦ, ਦਰਿੰਦ, ਕੀ ਪਸ਼ੂ, ਕੀ ਬੋਲੇ ਸੋ? ਪਸ਼ੂ ਪੰਛੀ, ਪਸ਼ੂ ਜਾਨਵਰ, ਪੰਛੀ ਉਹ ਬਰਡਸ ਨਾ। ਬਰਡਸ, ਹਾਂਜੀ ਹਾਂਜੀ, ਐਨੀਮਲਸ, ਜਾਨਵਰ ਜੀ ਕੇ ਸਾਰੇ ਵਿੱਚ। ਹਾਂ, ਅੱਛਾ ਜੀ। ਦੇਖੋ, ਖੁਦਾ ਨੇ ਉਤਪਤੀ 'ਚ ਆ ਜਾਓ, ਉਹਦੇ ਪਹਿਲੇ ਅਧਿਆਏ ਦੀ 25 ਤੋਂ 31 ਆਇਤ ਵਿੱਚ ਹੈ ਖੁਦਾ ਨੇ ਇਹਨਾਂ ਨੂੰ ਬਣਾਇਆ। ਠੀਕ ਹੈ, ਐਲੋਹੀਮ ਨੇ, ਪਿਤਾ ਪੁੱਤਰ ਪਵਿੱਤਰ ਆਤਮਾ। ਐਲੋਹੀਮ ਦਾ ਮਤਲਬ ਟਰਾਈਨ ਗॉड, ਤ੍ਰਿਏਕ ਪਰਮੇਸ਼ਰ। ਤੇ ਫਿਰ ਉਹ ਬਣਾ ਕੇ ਕਹਿੰਦਾ ਅੱਛਾ। ਪਹਿਲੇ ਤਾਂ ਇਹ ਵੇਖੋ ਨਾ, ਇਸ ਲਈ ਇਹ ਰੱਬ ਦੀ ਬਣਾਈ ਹਰ ਚੀਜ਼ ਅੱਛੀ ਹੈ। ਹਾਂ, ਠੀਕ ਹੈ, ਬਿਲਕੁਲ। ਤੇ ਜੇ ਰੱਬ ਨੇ ਬਣਾਇਆ, ਉਹ ਹੀ ਇਹਨਾਂ ਦਾ ਰਚਨਹਾਰ ਹੈ, ਪਿਤਾ ਪੁੱਤਰ ਪਵਿੱਤਰ ਆਤਮਾ। ਤੇ ਸਾਨੂੰ ਇਹਨਾਂ ਦੇ ਵਿੱਚ ਇੱਕ ਜ਼ਬੂਰ 148 ਕੋਲ ਲਿਖ ਲਓ, ਯਾਦ ਆ ਰਿਹਾ ਕਿ ਉਹਦੇ ਵਿੱਚ ਇਹ ਸਾਰੇ ਜਿਹੜੇ ਨੇ, ਜਿਹੜੀ ਤੁਸੀਂ ਯੂਨੀਵਰਸ ਦੀ ਗੱਲ ਕਰ ਰਹੇ ਹੋ, ਜਾਨਵਰਾਂ ਦੀ ਜਾਂ ਪੰਛੀ ਜਾਂ ਜਾਨਵਰ ਹੈ ਨਾ, ਕਿਸੇ ਕਿਸਮ ਦੇ, ਉਹ ਵੀ ਉਹਦੀ ਆਰਾਧਨਾ ਕਰਨ ਦਾ ਹੁਕਮ ਹੈ ਉਹਨਾਂ ਨੂੰ। ਠੀਕ ਹੈ। ਅੱਛਾ, ਹੁਣ ਦੇਖੋ ਬਾਈਬਲ ਵਿੱਚ ਐਗਜ਼ਾਮਪਲ ਸਾਨੂੰ ਮਿਲ ਰਹੀ ਹੈ ਕਿ ਨੋਹਾ, ਠੀਕ ਹੈ, ਇਹ ਜੈਨਸਿਸ, ਪੈਦਾਇਸ਼, ਉਤਪਤੀ 6 ਦੀ 19 ਦੇ ਵਿੱਚ। ਠੀਕ ਹੈ, ਇਹਦੇ ਵਿੱਚ ਅਸੀਂ ਵੇਖਦੇ ਹਾਂ ਕਿ ਜਦੋਂ ਨੂਹ ਦਾ ਤੂਫਾਨ ਆਉਣਾ ਸੀ ਤੇ ਖੁਦਾ ਨੇ ਕਿਹਾ ਸੀ ਨੂਹ ਨੂੰ ਕਸ਼ਤੀ ਬਣਾ। ਠੀਕ ਹੈ, ਉਹਨੇ ਜਦੋਂ ਕਸ਼ਤੀ ਬਣਾ ਲਈ ਤੇ ਨੂਹ ਨੂੰ ਖੁਦ ਨਹੀਂ ਜਾਣਾ ਪਿਆ ਕਿ ਜੋੜਾ ਜੋੜਾ ਤੂੰ ਇਕੱਠਾ ਕਰ ਜਾਨਵਰਾਂ ਦਾ। ਉਹ ਕਿੱਦਾਂ ਇਕੱਠਾ ਕਰ ਲੈਂਦਾ ਹੈ? ਤੇ ਉਹ ਕੀ ਹੋਇਆ ਕਿ ਕੋਈ ਤੇ ਹੈ ਜਿਨ੍ਹਾਂ ਨੇ ਉਹਨਾਂ ਨੂੰ ਜੋੜਾ ਜੋੜਾ ਕਸ਼ਤੀ ਦੇ ਕੋਲ ਕਰ ਦਿੱਤਾ। ਆਪੇ ਹੀ ਆ ਗਏ ਸਾਰੇ ਜਾਨਵਰ, ਆਪੇ ਹੀ ਆਏ। ਬਿਲਕੁਲ। ਕਿੰਨੇ ਗਾਈਡ ਕੀਤਾ? ਬਿਲਕੁਲ। ਠੀਕ ਹੈ। ਸੋ ਇੱਥੇ ਅਸੀਂ ਇਹ ਦੇਖ ਰਹੇ ਹਾਂ, ਗੱਲ ਪਵਿੱਤਰ ਆਤਮਾ ਦੀ ਹੈ ਕਿ ਪਿਤਾ ਦੇ ਰੋਲ, ਪਵਿੱਤਰ ਆਤਮਾ ਦੇ ਰੋਲ, ਪ੍ਰਭੂ ਯਿਸੂ ਮਸੀਹ ਦੇ ਰੋਲ ਦੀ ਗੱਲ ਹੋ ਰਹੀ ਹੈ। ਇਹ ਜਿਹੜੀ ਮਨਾਂ ਨੂੰ ਤਿਆਰ ਕਰਨਾ ਜਾਂ ਕਨਵਿਕਟ ਕਰਨਾ, ਇੱਕ ਪਵਿੱਤਰ ਆਤਮਾ ਦਾ ਕੰਮ ਹੈ, ਚਾਹੇ ਉਹ ਇਨਸਾਨ ਨੇ, ਜਾਨਵਰ ਨੇ, ਜਾਂ ਪੂਰਾ ਯੂਨੀਵਰਸ ਵਿੱਚ। ਯਾਨੀ ਕ੍ਰੀਏਸ਼ਨ ਦੀ ਗੱਲ ਹੋ ਰਹੀ ਹੈ। ਠੀਕ ਹੈ। ਇਹ ਕੰਮ ਜਿਹੜਾ ਹੈ ਕ੍ਰੀਏਸ਼ਨ ਦਾ, ਜਿਸ ਤਰ੍ਹਾਂ ਕਿ ਉਤਪਤੀ ਪਹਿਲੇ ਦੀ 2 ਆਇਤ ਵਿੱਚ, ਜਾਂ ਜੈਨਸਿਸ, ਪੈਦਾਇਸ਼ ਪਹਿਲੇ ਦੀ 2 ਆਇਤ ਵਿੱਚ, ਕਿ ਜਦੋਂ ਇਹ ਸਾਰਾ ਕੁਛ ਰਿਸਟੋਰ ਕਰਨਾ ਸੀ, ਹੈ ਨਾ, ਤੇ ਉਦੋਂ ਪਵਿੱਤਰ ਆਤਮਾ ਪਾਣੀਆਂ ਦੇ ਉੱਤੇ ਹਾਵਰ ਕਰ ਰਿਹਾ ਸੀ, ਜੁੰਬਿਸ਼ ਕਰ ਰਿਹਾ ਸੀ, ਬਿਲਕੁਲ, ਮੰਡਲਾ ਰਿਹਾ ਸੀ, ਜਿੰਜ ਕੋਈ ਪਰਿੰਦਾ ਮੰਡਲ ਆਉਂਦਾ ਹੈ। ਹਾਂ, ਤੇ ਉਹ ਹੋਲੀ ਸਪਿਰਿਟ ਸੀ। ਪਿਤਾ ਪਰਮੇਸ਼ਵਰ ਨੇ ਵਚਨ ਬੋਲਿਆ, ਪ੍ਰਭੂ ਯਿਸੂ ਮਸੀਹ ਨੂੰ ਵਚਨ ਨਾਲ, ਤੇ ਅਨੋਇੰਟਿੰਗ ਦੇ ਵਿੱਚ ਇਹ ਕ੍ਰੀਏਸ਼ਨ ਹੋਈ, ਤਿੰਨਾਂ ਨੇ ਕੀਤੀ। ਬਿਲਕੁਲ। ਠੀਕ ਹੈ। ਪਿਤਾ ਨੇ ਵਚਨ ਬੋਲਿਆ। ਵਚਨ ਕੌਣ ਸੀ? ਪ੍ਰਭੂ ਯਿਸੂ ਮਸੀਹ। ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਨਾਲ ਸੀ। ਸੰਤ ਯੋਹਨਾ 1 ਦੀ 1 ਪਹਿਲੀ 3 ਆਇਤ। ਤੇ ਪਵਿੱਤਰ ਆਤਮਾ ਸੀ। ਅੱਛਾ, ਔਰ ਬੁੱਕ ਆਫ ਰੈਵਲੇਸ਼ਨ, ਪ੍ਰਕਾਸ਼ ਦੀ ਪੋਥੀ ਵਿੱਚ ਯਿਸੂ ਘੋੜੇ ਤੇ ਬੈਠਾ, ਉਹਦੇ
ਪੱਟ ਤੇ ਲਿਖਿਆ ਵੀ ਹੈ ਵਰਡ ਆਫ ਗॉड, ਪਰਮੇਸ਼ਰ ਦਾ ਵਚਨ। ਕਿਆ ਹਾਂਜੀ ਕਿਆ ਹਾਏ ਹਾਏ ਹਾਂਜੀ ਹਾਂਜੀ ਹਾਲੇਲੂਇਆ। sorry, ਬਹੁਤ ਮੈਂ ਬਹੁਤ ਤੁਹਾਨੂੰ- ਨਹੀਂ, ਹਾਂਜੀ ਉਹ ਤੁਸੀਂ ਤੇ ਹੋਰ ਹੀ ਦਿਲ ਖੁਸ਼ ਕਰ ਦਿੱਤਾ। ਐਸਾ ਰੈਫਰੈਂਸ। ਹਾਂਜੀ ਸੋ ਅਗਰ ਇਹਨੂੰ ਦੁਨਿਆਵੀ ਹਿਸਾਬ ਨਾਲ ਬੜੀ ਕਮਜ਼ੋਰ ਐਗਜ਼ਾਮਪਲਸ ਨੇ, ਮਿਸਾਲਾਂ ਨੇ। ਪਿਤਾ ਜਿਹੜਾ ਐਗਜ਼ੈਕਟਿਵ ਆਫਿਸਰ ਹੈ, ਜਿਸ ਤਰ੍ਹਾਂ ਦੁਨੀਆ 'ਚ ਅਸੀਂ ਸਮਝਦੇ ਹਾਂ ਉਦਾਹਰਨ ਦੇ ਤੌਰ ਤੇ, ਤੇ ਯਿਸੂ ਜਿਹੜਾ ਹੈ ਉਹ ਆਰਕੀਟੈਕਟ ਹੈ, ਸਾਰੀ ਪਲੈਨਿੰਗ ਹੈ ਨਾ, ਸ੍ਰਿਸ਼ਟੀ ਨੂੰ ਰਚਣਾ, ਇਹ ਕਰ। ਤੇ ਹੋਲੀ ਸਪਿਰਿਟ ਐਜ਼ ਏ ਠੇਕੇਦਾਰ ਜਾਂ ਕੰਟਰੈਕਟਰ। ਠੀਕ ਹੈ। ਸੋ ਕ੍ਰੀਏਸ਼ਨ ਦੇ ਵਿੱਚ ਇਸ ਲਈ ਹੋਲੀ ਸਪਿਰਿਟ ਨੂੰ ਓਲਡ ਟੈਸਟਮੈਂਟ ਦੇ ਵਿੱਚ ਫੀਮੇਲ ਜੈਂਡਰ ਦੇ ਤੌਰ ਤੇ ਬਿਆਨ ਕੀਤਾ ਗਿਆ, ਕਿਉਂਕਿ ਫੀਮੇਲ ਦਾ ਕੰਮ ਹੈ ਬਰਥ ਦੇਣੀ। ਹਾਂ ਕ੍ਰੀਏਸ਼ਨ ਹਾਂਜੀ ਯਾਨੀ ਜਿਸ ਤਰ੍ਹਾਂ ਮਾਂ ਬੱਚੇ ਨੂੰ ਜਨਮ ਦਿੰਦੀ। ਸੋ ਕ੍ਰੀਏਸ਼ਨ, ਇਹ ਤੇ ਦੇਖੋ ਕੀ ਕ੍ਰੀਏਸ਼ਨ ਕੀ ਹੈ, ਸ੍ਰਿਸ਼ਟੀ ਨੂੰ ਰਚਣ ਦਾ ਕੰਮ ਜਿਹੜਾ ਹੈ ਉਹ ਦਿੱਤਾ। ਹੁਣ ਉਹ ਗੱਲ ਹੋ ਰਹੀ ਸੀ ਕਿ ਉਹ ਸਾਰੇ ਆ ਗਏ ਜੈਨਸਿਸ 6 ਦੀ 19 ਦੇ ਵਿੱਚ, ਜਾਨਵਰਾਂ ਦੇ ਮਨਾਂ 'ਚ ਆਇਆ, ਇਹ ਪਵਿੱਤਰ ਆਤਮਾ ਨੇ ਪਾਇਆ, ਔਰ ਉਹ ਟੁਰ ਕੇ ਜੈਨਸਿਸ, ਪੈਦਾਇਸ਼, ਉਤਪਤੀ 7 ਦੀ 9 ਦੇ ਵਿੱਚ ਉਹ ਸਾਰੇ ਜਨਾਬ ਜਦੋਂ ਆ ਗਏ ਤੇ ਖੁਦਾ ਨੇ ਤੇ ਨੂਹ ਨੂੰ ਵੀ ਦੱਸਿਆ ਸੀ, ਉਹਨੇ ਉਹਨਾਂ ਲਈ ਜਗ੍ਹਾ ਬਣਾਈ ਸੀ, ਉਹਨਾਂ ਨੇ ਕਸ਼ਤੀ ਦੇ ਵਿੱਚ ਉਹਨਾਂ ਨੂੰ ਕਰ ਲਿਆ। ਤੇ ਇਹ ਵੇ ਕਿ ਇਹ ਦੱਸਦਿਆ ਹੈ ਇਹ ਸਾਰੀ ਗੱਲ ਕੋਈ ਤੇ ਹੈ, ਯਾਨੀ ਪਵਿੱਤਰ ਆਤਮਾ ਦੇ ਰੋਲ ਵਿੱਚ ਇਹ ਗੱਲ ਆ ਰਹੀ ਹੈ। ਅੱਛਾ, ਫਿਰ ਹੋਰ ਦੇਖੋ, ਉਹ ਏਲੀਆ ਸੀਗਾ, ਤੁਸੀਂ ਪਿਛਲੀ ਵਾਰੀ ਜ਼ਿਕਰ ਕੀਤਾ, ਮੈਂ ਪੁਆਇੰਟ ਲੈ ਲਿਆ। ਏਲੀਆ ਜਦੋਂ ਕੁਰੇਤ ਦੇ ਨਾਲਾ, ਇੱਕ ਨਾਲਾ ਸੀ, ਉਹਦੇ ਤੇ ਡਰ ਕੇ ਆਇਆ। ਬਿਲਕੁਲ। ਤੇ ਕਿੰਨੇ ਉਹਨੂੰ ਕਿਹਾ, ਕਾਵਾਂ ਨੂੰ, ਹਾਂ ਉਹਦੇ ਰੋਟੀ, ਉਹਦੇ ਲਈ ਖਾਣਾ ਲੈ ਕੇ ਆਇਆ। ਅੱਛਾ, ਖਾਣਾ ਕੀ ਸੀ? ਖਾਣਾ ਇਹ ਸੀ ਰੋਟੀ ਤੇ ਗੋਸ਼ਤ ਲਿਆ, ਵੈਜੀਟੇਰੀਅਨ ਵੀ। ਅੱਛਾ, ਉਹ ਕਾਂ ਜਿਹੜੇ ਸਨ ਉਹਨੂੰ ਖਾਣਾ ਦਿੰਦੇ ਸਨ ਲਿਆ ਕੇ। ਬਿਲਕੁਲ ਕਾਂ। ਹੁਣ ਕਈ ਕਹਿੰਦੇ ਜੀ ਕਾਂ ਤੇ ਇੱਕ ਕੌਮ ਸੀਗੀ, ਉਹ ਦਿੰਦੇ ਸਨ। ਬਹਰਹਾਲ ਜੋ ਬਾਈਬਲ ਵਿੱਚ ਲਿਖਿਆ ਹੈ ਅਸੀਂ ਉਹਦੇ ਤੇ ਚੱਲਦੇ ਹਾਂ। ਇਹ ਪਹਿਲਾ ਰਾਜੇ ਉਹਦੀ 17 ਦੀ 4 ਤੋਂ 6 'ਚ, ਫਸਟ ਕਿੰਗਸ ਚੈਪਟਰ 17 ਹੈ, 17 ਦੀ 4 ਤੋਂ 6, 17 ਦੀ 4 ਤੋਂ 6। ਹਾਂਜੀ, ਮੈਨੂੰ 13 ਪੜ੍ਹਿਆ ਜਾ ਰਿਹਾ ਸੀ, ਸੌਰੀ। ਅੱਛਾ, ਤੇ ਇਹਦੇ ਵਿੱਚ ਪੜ੍ਹ ਵੀ ਲਈਏ ਜੀ। ਹਾਂਜੀ। ਹੁਣ ਦੇਖੋ ਨਾ, ਇਹ ਗੱਲ ਜਾਨਵਰਾਂ ਦੀ ਹੋਣ ਡਈ ਹੈ। ਹੁਣ ਉਹ ਕੌਣ ਹੈ? ਇਹ ਪਵਿੱਤਰ ਆਤਮਾ ਦੇ ਰੋਲ ਦੇ ਵਿੱਚ ਪਹਿਲੇ ਵੀ ਹੈਗਾ ਸੀ। ਠੀਕ ਹੈ। ਬਿਲਕੁਲ। ਤੇ ਇਹ ਕੀ ਹੈ, ਉਹਦਾ ਰੋਲ ਵੀ ਦੇਖ ਰਹੇ ਨਾ। ਸੋ ਹੁਣ ਉਹਨਾਂ ਨੂੰ ਕੀ ਕਰਦੇ ਸਨ? ਅਖੀਅਬ ਬਾਦਸ਼ਾਹ ਦੀ ਵੀ ਗੱਲ ਹੋ ਰਹੀ ਹੈ, ਪਰ ਉਹ ਜਦੋਂ ਡਰ ਕੇ ਨੱਸਿਆ ਤੇ ਕੁਰੇਤ ਦਾ ਨਾਲਾ ਸੀ ਹੈ ਨਾ, ਉਹਦੇ ਵਿੱਚ ਬਹਿ ਗਿਆ ਤੇ ਉੱਥੇ ਕਾਂ ਸੁਬਾਹ ਮਤਲਬ ਖਾਣਾ ਪਹੁੰਚਾਉਂਦੇ ਸਨ, ਖੁਰਾਕ ਪਹੁੰਚਾਉਂਦੇ ਸਨ, ਰੋਟੀ ਤੇ ਗੋਸ਼ਤ। ਪੜ੍ਹ ਦਿੰਦੇ ਜੀ। ਉਹ ਅੱਛਾ, ਸੌਰੀ। ਪਹਿਲਾ ਰਾਜੇ 17 ਦੀ 4 ਤੋਂ 6। ਉੱਥੇ ਲਿਖਿਆ ਹੈਗਾ, ਸੋ ਬਰਡਸ ਕੋਲੋਂ ਵੀ ਕੰਮ ਲੈ ਰਿਹਾ। ਹਾਂਜੀ। ਤਾਂ ਇਉਂ ਹੋਵੇਗਾ ਕਿ ਤੂੰ ਉਸ ਨਾਲੇ ਵਿੱਚੋਂ ਪੀਵੇਂਗਾ, ਮੈਂ ਪਹਾੜੀ ਕਾਵਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੈਨੂੰ ਉੱਥੇ ਹੀ ਪਾਲਣ। ਹਾਂਜੀ। ਤਾਂ ਉਹ ਚੱਲ ਪਿਆ ਅਤੇ ਯਹੋਵਾ ਦੇ ਵਚਨ ਅਨੁਸਾਰ ਕੀਤਾ। ਉਹ ਚੱਲ ਕੇ ਕਰੀਤ ਦੇ ਨਾਲੇ ਕੋਲ ਜਾ ਟਿਕਿਆ, ਜਿੰਨਾ ਯਰਦਨ ਦੇ ਸਾਹਮਣੇ ਹੈ। ਤਾਂ ਪਹਾੜੀ ਕਾਂ ਉਹਨਾਂ ਦੇ ਲਈ ਰੋਟੀ ਅਤੇ ਮਾਸ ਸਵੇਰ ਨੂੰ ਅਤੇ ਰੋਟੀ ਸ਼ਾਮ ਨੂੰ ਲਿਆਉਂਦੇ ਰਹੇ। ਹਾਂਜੀ, ਸਵੇਰੇ ਤੇ ਸ਼ਾਮ। ਹਾਂਜੀ, ਅਤੇ ਉਹ ਉਸ ਨਾਲੇ ਤੋਂ ਪਾਣੀ ਪੀ ਲੈਂਦਾ ਸੀ। ਹਾਂਜੀ, ਬਿਲਕੁਲ ਠੀਕ ਹੈ। ਠੀਕ ਹੈ, ਬਿਲਕੁਲ। ਸੋ ਇਹਦਾ ਮਤਲਬ ਇਹ ਉਹ ਜਾਨਵਰ ਵੀ ਉਹਨਾਂ ਨੂੰ ਵੀ ਤਾਂ ਕੋਈ ਗਾਈਡ ਕਰਨੇ ਵਾਲਾ ਨਾ। ਬਿਲਕੁਲ ਜੀ। ਔਰ ਫਿਰ ਹੋਰ ਥੋੜ੍ਹਾ ਜਿਹਾ ਦੇਖੀਏ ਜੀ, ਆਪਾਂ ਕਿ ਜੇ ਅਗਰ ਕਿਸੇ ਨੂੰ ਸ਼ੱਕ ਹੋਵੇ ਵੀ ਇਹ ਜਾਨਵਰ ਕਿਸ ਤਰ੍ਹਾਂ ਕਰ ਸਕਦੇ ਆ,
ਤੇ ਜਦੋਂ ਆਪਣੇ 1000 ਸਾਲਾ ਬਾਦਸ਼ਾਹੀ ਹੋਣੀ ਆ, ਆਹਾ, ਉਦੋਂ ਕਿਆ ਨਜ਼ਾਰਾ ਖੋਲ ਦਿੱਤਾ ਜੀ। ਹਾਲੇਲੂਇਆ। ਉਦੋਂ ਹਾਲੇਲੂਇਆ। ਲਿਖਿਆ ਹੈ, ਬੱਚਾ ਸੱਪ ਦੀ ਖੁੱਡ ਵਿੱਚ ਹੱਥ ਪਾਏਗਾ, ਸੱਪ ਉਹਨੂੰ ਡੰਗ ਨਹੀਂ ਮਾਰੇਗਾ। ਸ਼ੇਰ ਤੇ ਤੇ ਬੱਕਰੀ, ਬੱਕਰੀ ਹਾਂਜੀ, ਇਕੱਠੇ ਹੀ ਖਾਣਗੇ। ਘਾਹ ਖਾਓਗੇ। ਉਹ ਕਿੱਥੋਂ ਫੇਰ ਜਾਨਵਰ ਤੱਕ ਪਰਮੇਸ਼ਰ ਦਾ ਕੰਮ ਹੈ। ਦੇਖੋ। ਹਾਂਜੀ, ਇਹ ਬਹੁਤ ਅੱਛੀ ਕਮਾਲ ਹੋ ਗਈ ਯਾਰ। ਹਾਂਜੀ। ਇਹ ਨੂਹ ਦੀ ਕਸ਼ਤੀ ਹੂੰ ਦੇ ਵਿੱਚ ਪਹਿਲੇ ਲਿਖਿਆ ਹੈ ਉੱਥੇ, ਹੂੰ ਹੂੰ ਅੰਦਰ ਆ ਜਾ। ਹੂੰ ਮਤਲਬ ਹੁਣ ਅਸੀਂ ਅੰਦਰ ਬੈਠੇ ਹਾਂ ਤਾਂ ਕੋਈ ਬਾਹਰ ਇੱਕ ਅੰਦਰ ਆਇਆ। ਹੂੰ ਇਹਦਾ ਮਤਲਬ ਹੈ ਪਵਿੱਤਰ ਆਤਮਾ ਉਹਦੀ ਅਨਾਇੰਟਿੰਗ ਉਸ ਕਸ਼ਤੀ ਦੇ ਅੰਦਰ ਸੀ, ਬਿਲਕੁਲ। ਜਿਹਦੇ ਥਾਈ ਇਹ ਤੇ ਕਿੱਥੇ, ਮੇਰਾ ਮਤਲਬ ਹੈ ਸ਼ੇਰ ਬੱਕਰੀ ਸਾਰੇ ਉਸੇ ਇਕੱਠੇ ਅਨਾਇੰਟਿੰਗ ਦੇ ਵਿੱਚ ਹਾਂ। ਹੋਲੀ ਸਪਿਰਿਟ ਦੀ ਗੱਲ ਹੋ ਰਹੀ ਹੈ। ਹੂੰ। ਹੈ ਕੋਈ ਉੱਥੇ ਚੂੰ-ਚਰਾਂ ਹੋਈ ਹੋਵੇ? ਸਾਰੇ ਜਾਨਵਰ ਇਕੱਠੇ ਹਾਂ। ਰਹੇ। ਉੱਥੇ ਸ਼ੇਰ ਵੀ ਇਦਾਂ ਨਹੀਂ, ਬਾਕੀ ਸਾਰੇ ਨੂੰ ਮਾਰ ਕੇ ਖਾ ਗਿਆ ਕੁਛ। Anointing, ਇਹਦਾ ਮਤਲਬ ਪਵਿੱਤਰ ਆਤਮਾ ਦਾ। ਅੱਛਾ, ਫਿਰ ਲਿਖਿਆ ਹੈ ਕਿ ਖੁਦਾ ਨੇ ਬਾਹਰੋਂ ਖਿੜਕੀ ਬੰਦ ਕੀਤੀ, ਹੂੰ ਠੀਕ ਹੈ, ਤੇ ਅੰਦਰ ਅਨਾਇੰਟਿੰਗ ਸੀਗੀ, ਹਜ਼ੂਰੀ। ਯਾਰ ਬੜੇ ਡਿਸਪਲਿਨ ਵਿੱਚ ਰਹੇ ਜੀ। ਹਾਂਜੀ। ਵਾਹ, ਵਾਹ, ਉਹ ਹੋਰ ਹੁਣ ਗੱਲ ਜ਼ਿਆਦਾ ਆਈ ਜਾਂਦੀ ਹੈ ਜੀ, ਜਾਨਵਰਾਂ ਆਣ ਦੀ ਦਿਓ। ਗੱਲ ਕਰ ਰਹੇ ਆ। ਦੇਖੋ ਜੀ, ਹਾਂਜੀ। ਇੱਥੇ ਕਿਹੜੀ ਕੋਈ ਗੱਲ ਹੈ, ਭੈਣ ਸਾਡੇ ਬੈਠੇ ਨੇ ਤੇ ਇੱਕ ਹੋਰ ਸਟੱਡੀ ਸਹੀ ਤੁਹਾਨੂੰ ਕਾਹਦੀ ਹੈ ਜੀ ਸਰ। ਤੇ ਪਰਮੇਸ਼ਰ ਦੇ ਦਾਸਾਂ ਨੂੰ ਸ਼ੇਰਾਂ ਦੇ ਮੋਹਰੇ ਸਿੱਟ ਦਿੱਤਾ ਗਿਆ। ਓ ਡੈਨੀਅਲ, ਭੁੱਖੇ ਸ਼ੇਰਾਂ ਦੇ। ਹਾਂਜੀ, ਹਾਂ। ਸ਼ੇਰਾਂ ਨੇ ਕੁਝ ਨਹੀਂ ਕੀਤਾ। ਮੂੰਹ ਬੰਦ। ਮੂੰਹ ਬੰਦ, ਭੁੱਖੇ। ਜਦੋਂ ਚੱਕ ਲਿਆ, ਜਿਹੜੇ ਇਲਜ਼ਾਮ ਲਗਾ ਰਹੇ ਸੀ ਉਹ ਜ਼ਮੀਨ ਤੱਕ, ਥੱਲੇ ਤੱਕ ਵੀ ਨਹੀਂ ਪਹੁੰਚੇ, ਪਹਿਲਾਂ ਹੀ ਖਤਮ ਕਰਤੇ। ਉਹ ਕੋਈ ਹੈ ਉਹਨਾਂ ਨੂੰ। ਹਾਲੇਲੂਇਆ। ਦੇਖੋ, ਇਸ ਲਈ ਹਾਂਜੀ। ਉਹ ਬਲਾਮ ਦੀ ਇੱਕ ਗਦੀ ਸੀਗੀ, ਹਾਂ ਹਾਂ ਹੈ ਹਾਂਜੀ ਹਾਂਜੀ ਗਦਾ ਜਾਂ ਗਦੀ। ਹਾਂ ਹਾਂ ਉਹ ਜਦੋਂ ਵੇਖਿਆ ਕਿ ਇਹ ਬੰਦਾ ਜਾ ਰਿਹਾ ਗਲਤ ਪਾਸੇ, ਹੂੰ ਤੇ ਖੁਦਾ ਦਾ ਫਰਿਸ਼ਤਾ ਨੰਗੀ ਤਲਵਾਰ ਲੈ ਕੇ ਖਲੋਤਾ। ਬਈ ਉਹ ਆਪਣੇ ਆਪ ਨੂੰ ਨਬੀ ਕਹਿੰਦਾ ਸੀ, ਲੇਕਿਨ ਉਹ ਨਹੀਂ ਵੇਖ ਸਕਿਆ, ਹੂੰ ਤੇ ਉਹਦੀਆਂ ਰੂਹਾਨੀ ਅੱਖਾਂ ਬੰਦ, ਹੂੰ ਤੇ ਉਹ ਜਾਨਵਰ ਉਹਨੂੰ ਮਾਰਨ ਡਿਆ। ਉਹ ਟੁਰ ਅੱਗੇ, ਹੂੰ ਉਹਨੂੰ ਕਹਿੰਦਾ ਇੱਧਰ ਕਰਦਾ, ਚਾਵਾਂ ਪਾਸੇ ਉਹ ਫਰਿਸ਼ਤਾ ਫਿਰ ਗਿਆ। ਉਹ ਫਿਰ ਵਚਨ ਵਿੱਚ ਲਿਖਿਆ ਹੈ ਕਿ ਗਦੀ ਜਿਹੜੀ ਡੋਂਕੀ ਹੈਗੀ, ਹੂੰ ਉਹ ਇਨਸਾਨਾਂ ਦੀ ਤਰ੍ਹਾਂ ਬੋਲੀ ਹੂੰ। ਤੇ ਪ੍ਰੋਫਸੀ ਕੀਤੀ। Yeah. ਕੀ ਕਰ ਰਹੇ ਆ, ਤੈਨੂੰ ਨਜ਼ਰ ਨਹੀਂ ਆਉਂਦਾ ਖੁਦਾ ਦਾ ਫਰਿਸ਼ਤਾ ਨੰਗੀ ਤਲਵਾਰ ਲੈ? ਤੇ ਗੱਲ ਇਹ ਹੈ, ਹੁਣ ਇਹ ਗੱਲ ਇਹੋ ਜਿਹੀ ਵੀ ਹੈ, ਹੁਣ ਰੱਬ ਕੀ ਹੈ? ਰੂਹ ਹੈ। ਹੁਣ ਜਾਨਵਰਾਂ ਦੇ ਵਿੱਚ ਇੱਕ ਬਾਤ ਮੈਂ ਕਰ ਰਿਹਾ, ਹਾਂਜੀ। ਜਾਨਵਰਾਂ ਦੇ ਵਿੱਚ ਆਤਮਾ ਤੇ ਪ੍ਰਾਣ ਵੀ ਹੈਗਾ। ਤੁਸੀਂ ਕਹੋਗੇ ਆਤਮਾ ਕਿੰਝ ਆ ਗਈ? ਆਤਮਾ ਦਾ ਉਹ ਹਿੱਸਾ ਜਿਹਦੇ ਥਾਈ ਰੱਬ, ਮੈਂ ਹਵਾਲਾ ਦੇਣਾ, ਹਾਂਜੀ। ਉਪਦੇਸ਼ਕ ਜਾਂ ਕੀ ਹੈਗਾ, ਤੁਸੀਂ ਮੈਨੂੰ ਯਾਦ ਵੀ ਕਰਾਇਆ ਸੀ। ਅੱਛਾ, ਜਿਹਦੇ ਥਾਈ ਯਾਨੀ ਰੂਹ ਦਾ ਉਹ ਹਿੱਸਾ ਜਿਹੜਾ ਕਿ ਜਿਹਦੇ ਨਾਲ ਖੁਦਾ ਜਾਨਵਰਾਂ ਨੂੰ ਦੱਸਦਾ ਹੈ, ਔਰ ਉਹ ਉਹਨਾਂ ਦੇ ਨਾਲ ਇਹਦੇ ਵਿੱਚ ਬੋਲਦਾ ਹੈ। ਇਹਦੇ ਵਿੱਚ ਇਸ ਲਈ ਬੋਲਦਾ ਹੈ, ਤੇ ਜਾਨਵਰ ਜਿੱਥੇ ਵੀ ਕੋਈ ਡਿਜ਼ਾਸਟਰ, ਸੁਨਾਮੀ ਵਗੈਰਾ ਆਉਂਦੀ ਹੈ, ਉਹ ਉੱਥੋਂ ਚਲੇ ਜਾਂਦੇ ਨੇ, ਲੇਕਿਨ ਬੰਦੇ ਮਾਰੇ ਜਾਂਦੇ ਨੇ। ਅੱਛਾ, ਤੇ ਉਹ ਦੇਖਿਆ ਹੋਏਗਾ ਕਿ ਉਹ ਨਿਕਲ ਜਾਂਦੇ ਨੇ। ਇਹ ਵਾਈਜ਼ ਜਾਂ ਇਕਲੀਸੀਆਸਟਿਕ ਕੀ ਉਹਨੂੰ ਕਹਿੰਦੇ, ਉਹਦੇ ਵਿੱਚ ਹਾਂਜੀ, ਇਕਲੀਸੀਆਸਟਿਕਸ ਜਾਂ ਉਪਦੇਸ਼ਕ ਦੀ ਪੋਥੀ। ਉਹਦੇ 3 ਦੀ 21 ਆਇਤ ਪੜ੍ਹੋ। ਦੇਖੋ, ਇਨਸਾਨ ਦੇ ਵਿੱਚ ਰੂਹ ਦੇ 3 ਹਿੱਸੇ ਕੰਮ ਕਰ ਰਹੇ ਹੁੰਦੇ ਨੇ। ਇਹ ਜਾਨਵਰਾਂ 'ਚ ਵਿਵੇਕ ਕੋਈ ਨਹੀਂ, ਕੌਨਸ਼ੀਅਸ ਕੋਈ ਨਹੀਂ, ਹਾਂਜੀ, ਲੇਕਿਨ ਜਾਨਵਰਾਂ 'ਚ ਰੂਹ ਦਾ ਉਹ ਹਿੱਸਾ ਹੈ ਜਿਹਦੇ ਨਾਲ ਪਰਮੇਸ਼ਵਰ ਆਤਮਾ ਉਹ ਗੱਲ ਕਰਦਾ ਹੈ। ਇਹਦੇ ਤੇ ਬੜੇ ਲੋਕ ਕਹਿੰਦੇ ਨੇ ਜੀ ਪ੍ਰਾਣ ਦੇ ਵਿੱਚ ਗੱਲ ਕਰਦਾ ਹੈ। ਅੱਛਾ, ਪਹਿਲੇ ਪ੍ਰਾਣ ਨੂੰ ਕਲੀਅਰ ਕਰੀਏ। ਪ੍ਰਾਣ ਮੀਨਸ ਖੁਦਾ ਨੇ ਬਨੀ ਇਸਰਾਇਲ ਨੂੰ ਕਿਹਾ ਸੀ ਕਿ ਇਹ ਜਿਹੜੇ ਇਹਦਾ ਜਾਨਵਰਾਂ ਦਾ ਖੂਨ ਨਹੀਂ ਪੀਣਾ, ਉਹਦੇ ਜਾਨ ਹੁੰਦੀ ਹੈ, ਪ੍ਰਾਣ ਹੁੰਦੀ ਹੈ, ਖੂਨ ਨਹੀਂ ਜਾਨ ਹੈ। ਹੁਣ ਪ੍ਰਾਣ ਦੇ ਵਿੱਚ 3 ਚੀਜ਼ਾਂ ਨੇ, ਸੋਲ ਦੇ ਵਿੱਚ, ਜਾਨ ਦੇ ਵਿੱਚ। ਨੰਬਰ 1 ਸਾਡਾ ਮਾਈਂਡ ਸਾਡੀ ਪ੍ਰਾਣ ਦਾ ਹਿੱਸਾ ਹੈ। ਸੈਕੰਡ, ਆਜ਼ਾਦ ਮਰਜ਼ੀ ਜਿਹੜੀ ਹੈ ਉਹ ਸਾਡੀ ਸੋਲ, ਪ੍ਰਾਣ ਜਾਂ ਜਾਨ ਦਾ ਹਿੱਸਾ ਹੈ।
ਨੰਬਰ ਤੀਸਰਾ ਜਿਹੜਾ ਪ੍ਰਾਣ ਦੀ ਗੱਲ ਹੋ ਰਹੀ ਹੈ, ਇਮੋਸ਼ਨਸ ਜਾਂ ਅਹਿਸਾਸਾਤ, ਜਜ਼ਬਾਤ ਸਾਡੇ ਪ੍ਰਾਣ ਦਾ ਹਿੱਸਾ ਹੈ, ਠੀਕ ਹੈ। ਬਿਲਕੁਲ। ਹੁਣ ਰੂਹ ਦੇ ਵਿੱਚ, ਇਨਸਾਨੀ ਰੂਹ ਜਿਹੜੀ ਹੈ ਉਹਦੇ ਵਿੱਚ ਵਿਵੇਕ, ਜ਼ਮੀਰ, ਅੰਗਰੇਜ਼ੀ ਚ ਉਹਨੂੰ ਕੀ, ਕੌਨਸ਼ੀਅਸ। ਨੰਬਰ 2 ਇਹਨੂੰ ਕਹਿੰਦੇ ਨੇ ਇੰਟੀਮੇਸੀ। ਇੰਟੀਮੇਸੀ ਹੁੰਦਾ ਹੈ, ਜਿਸ ਤਰ੍ਹਾਂ ਸਾਦੇ ਲਫ਼ਜ਼ਾਂ 'ਚ ਅਸੀਂ ਉਹਨੂੰ ਕਹਿ ਲਓ ਸਿਕਸਥ ਸੈਂਸ, ਨਹੀਂ ਕਹਿੰਦੇ ਕਿ ਇਹਦੇ ਥਾਂ ਇਹ ਜਾਨਵਰ ਹੈ ਜੀ, ਅੱਛਾ। ਜ਼ਮੀਰ ਨਹੀਂ ਹੈ ਆਵੇ। ਤੇ ਬਾਕੀ ਤੀਸਰਾ ਹੈ ਕਿ ਇੰਟੀਮੇਸੀ, ਕਿ ਇਲਾਹੀ ਮੁਹੱਬਤ ਦਾ ਜਜ਼ਬਾ। ਜਾਨਵਰਾਂ 'ਚ ਵੀ ਉਹਦੀ ਆਰਾਧਨਾ ਕਰਦੇ ਨੇ। ਜ਼ਬੂਰ 148 ਆਪਾਂ ਦੇਖਿਓ ਤੇ ਉਹਨਾਂ ਨੂੰ ਵੀ ਆਰਡਰ ਹੈ ਕਿ ਉਹ ਆਰਾਧਨਾ ਕਰਨ। ਲੇਕਿਨ ਇਨਸਾਨ ਜਿਹੜਾ ਹੈਗਾ ਉਹ ਪਰਮੇਸ਼ਵਰ ਨੇ ਆਪਣੇ ਸਰੂਪ ਉੱਤੇ ਬਣਾਇਆ ਹੈ, ਇਸ ਲਈ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਸੁਪੀਰੀਅਰ ਕਹਿੰਦੇ। ਬਾਕੀ ਸਾਰੀਆਂ ਚੀਜ਼ਾਂ ਐਲੋਹੀਮ ਦੇ ਰੈਵੋਲੇਸ਼ਨ ਵਿੱਚ ਬਣੀਆਂ ਨੇ, ਲੇਕਿਨ ਜਦੋਂ ਇਨਸਾਨ ਨੂੰ ਬਣਾਉਣ ਲੱਗਦਾ ਹੈ, ਉਤਪਤੀ, ਪੈਦਾਇਸ਼, ਜੈਨਸਿਸ 2:7 ਦੇ ਵਿੱਚ, ਉਹ ਯਾਹਵੇ ਦੇ ਰੈਵੋਲੇਸ਼ਨ ਵਿੱਚ ਅਸੀਂ ਲੋਕ ਬਣੇ ਦੇ ਹਾਂ, ਠੀਕ ਹੈ। ਯਾਨੀ ਕਿ ਜਾਨਵਰ ਜਿਹੜੇ ਐਲੋਹੀਮ, ਸ਼ੈਤਾਨ, ਦੂਤ, ਯਸ, ਇਹ ਸਾਰੇ ਐਲੋਹੀਮ ਦੇ ਮੁਕਾਸ਼ਵੇ ਨੇ। ਇਹ ਉਹਦੀ ਸ਼ਕਤੀ ਦੇ ਬਾਰੇ 'ਚ, ਉਸ ਪਰਮੇਸ਼ਵਰ ਦੀ ਸਾਰਾ ਕੁਝ ਜਾਣਦੇ ਨੇ, ਪਰ ਉਹ ਲਿੰਕ ਇਹਨਾਂ ਦੇ ਨਾਲ, ਇਹ ਉਹਨਾਂ ਦੇ ਨਾਲ ਉਹੋ ਜਿਹਾ ਲਿੰਕ ਨਹੀਂ ਹੁੰਦਾ, ਕਿਉਂਕਿ ਜਿੱਥੇ ਲਾਰਡ ਗੋਡ ਹੈਗਾ, ਜਿੱਥੇ ਯਾਹਵੇ ਵੇ, ਉੱਥੇ ਖੂਨ ਵਹਾਇਆ ਜਾਂਦਾ ਹੈ। ਉਹ ਕਵਨੈਂਟ ਉਹਨਾਂ ਇਨਸਾਨ ਦੇ ਨਾਲ ਬਣਿਆ, ਇਸ ਲਈ ਇਨਸਾਨ ਸੁਪੀਰੀਅਰ ਹੈਗਾ। ਫਿਰ ਤਾਂ ਹੀ ਸਾਰੀਆਂ ਚੀਜ਼ਾਂ ਉਹਦੇ ਅੰਡਰ ਕੀਤੀਆਂ ਨੇ, ਬਾਗੇ ਅਦਨ ਦੇ ਵਿੱਚ। ਸੋ ਲਿਹਾਜ਼ਾ ਖੁਦਾ ਇਸ ਸਿਸਟਮ ਦੇ ਨਾਲ ਵਸ ਪੜ੍ਹ ਦਿਓ। ਹਾਂ, ਆਪਾਂ ਪੜ੍ਹਦੇ ਹਾਂ ਜੀ। ਇਕਲੀਸੀਆਸਟਿਕਸ, ਉਪਦੇਸ਼ਕ, ਹਾਂਜੀ, ਉਪਦੇਸ਼ਕ, ਵਾਈਜ਼, ਹਾਂ, ਵਾਈਜ਼ ਉਰਦੂ ਚ ਵਾਈਜ਼, ਵਾਈਜ਼, ਅੱਛਾ ਹਾਂਜੀ, ਵਾਈਜ਼ 3:21 ਕੀ ਕਰਦੇ ਨੇ ਇਹਦੇ ਵਿੱਚ ਲਿਖਿਆ ਇਹਨੂੰ ਹੈ, ਅੰਗਰੇਜ਼ੀ ਚ ਵੀ ਪੜ੍ਹਨਾ ਤੁਸੀਂ, ਠੀਕ ਹੈ ਜੀ। ਦੋਵਾਂ ਲੈਂਗੁਏਜਸ। ਇਹ ਲਿਖਿਆ ਹੈ, ਕੌਣ ਜਾਣਦਾ ਹੈ ਭਾਵੇਂ ਆਦਮ ਵੰਸ਼ੀ ਦਾ ਆਤਮਾ ਉਹਨਾਂ ਚੜੇ ਅਤੇ ਪਸ਼ੂਆਂ ਦਾ, ਹਾਂਜੀ, ਉੱਤੇ ਚੜੇ, ਹਾਂਜੀ, ਆਤਮਾ ਉਤਾਂਹ ਚੜੇ ਅਤੇ ਪਸ਼ੂਆਂ ਦਾ ਆਤਮਾ ਧਰਤੀ ਵੱਲ ਹੇਠਾਂ ਲਹੇ। ਇਹਦੇ ਵਿੱਚ ਕੀ ਹੈ? ਹਾਂ, ਆਤਮਾ ਦੀ ਗੱਲ ਹੋ ਰਹੀ ਹੈ, ਵੀ ਜਾਨਵਰਾਂ ਦੀ ਆਤਮਾ ਦੀ ਗੱਲ। ਹੁਣ ਇਹਦੇ ਵਿੱਚ ਲੋਕ ਕਹਿੰਦੇ ਜੀ ਇਹ ਤੇ ਪ੍ਰਾਣ ਹੈ। ਐਕਚੁਅਲੀ ਗੱਲ ਇਹ ਹੈ, ਇਹ ਪ੍ਰਾਣ ਤੇ ਆਤਮਾ ਦੇ ਵਿੱਚ ਬੜੀ ਬਰੀਕ ਜੀ ਲਾਈਨ ਹੈ, ਠੀਕ ਹੈ। ਇਹਨੂੰ ਬਾਈਬਲ ਕਲੀਅਰ ਕਰਦੀ ਹੈ ਪਤਰਸ ਦੇ ਖਤ 3 ਦੇ ਵਿੱਚ। ਅੱਛਾ, ਪਹਿਲੇ ਆ ਪੜ੍ਹ ਦਿਓ ਪਲੀਜ਼, ਇਹ ਇੰਗਲਿਸ਼ ਵਿੱਚ ਵੀ। ਹਾਂ, ਆਪਾਂ ਪੜ੍ਹਦੇ ਹਾਂ ਜੀ। ਸੌਰੀ, ਇਕਲੀਸੀਆਸਟਿਕ, ਹਾਂ, ਇਕਲੀਸੀਆਸਟਿਕ 3:21 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਉਪਦੇਸ਼ਕ, ਹਾਂਜੀ ਜੀ, ਹਾਂ, 3:21, ਹਾਂ, ਉਹਦੇ ਵਿੱਚ ਲਿਖਿਆ ਹੈ, who knoweth, ਮਤਲਬ ਕੌਣ ਜਾਣਦਾ ਹੈ, who knoweth the spirit of man that goeth upward and the spirit of the beast that goeth downward to the earth। ਕਿਹਨੂੰ ਪਤਾ ਹੈਗਾ ਵੀ ਇਨਸਾਨ ਦੀ ਆਤਮਾ ਉੱਪਰ ਜਾਂਦੀ ਹੈ, ਉੱਪਰ ਸਵਰਗ ਵਿੱਚ ਜਾਂਦੀ ਹੈ, ਤੇ ਜਾਨਵਰਾਂ ਦੀ ਆਤਮਾ ਥੱਲੇ ਜਾਂਦੀ ਹੈ ਤੇ ਨਰਕ ਵਿੱਚ ਜਾਂਦੀ ਹੈ, ਠੀਕ ਹੈ। ਹਾਂਜੀ, ਜਿਨ੍ਹਾਂ ਵਿੱਚ ਵਿਵੇਕ ਹੈ, ਜ਼ਮੀਰ ਹੈ, ਉਹਨਾਂ ਦਾ ਹਿਸਾਬ ਹੋਣਾ, ਜਾਨਵਰਾਂ ਦਾ ਨਹੀਂ ਹੋਣਾ। ਅੱਛਾ, ਹੁਣ ਇਹਨੂੰ ਵੀ ਕਲੀਅਰ ਕਰ ਲਓ ਕਿ ਆਤਮਾ ਤੇ ਪ੍ਰਾਣ, ਜਾਂ ਸਪਿਰਿਟ ਤੇ ਸੋਲ, ਕੀ ਦੱਸਿਆ ਸੀ ਪਹਿਲਾ ਪਤਰਸ 3:4 ਦੱਸੀ ਸੀ। ਇਹ ਜ਼ਰਾ ਪੜ੍ਹ ਦਿਓ, ਇਹਦੀ ਵੈਲਿਊ ਬੜੀ ਹੈ, ਇਹ ਅਲੱਗ-ਅਲੱਗ ਨੇ, ਠੀਕ ਹੈ। ਦੇਖੋ, ਸਪਿਰਿਟ ਜਿਹੜਾ ਇਹ ਸਰੀਰ ਜਿਹੜਾ ਸਾਡਾ ਜਿਸਮ, ਇਹ ਆਊਟਰ ਮੈਨ ਹੈ। ਜਿਹੜੀ ਸਾਡੀ ਪ੍ਰਾਣ ਹੈ, ਇਨਰ ਮੈਨ ਹੈ। ਸਾਡੀ ਸਪਿਰਿਟ ਜਾਂ ਆਤਮਾ ਮੋਸਟ ਇਨਰ ਮੈਨ ਹੈ, ਠੀਕ ਹੈ। ਸੋ ਇੱਥੇ ਇਹ ਫਰਕ ਮਹਿਸੂਸ ਹੋ ਰਿਹਾ ਕਿ ਆਤਮਾ ਪ੍ਰਾਣ ਇੱਕ ਚੀਜ਼ ਨਹੀਂ, ਇਹਦੇ ਵਿੱਚ ਬਰੀਕ ਜੀ ਲਾਈਨ ਹੈ, ਤੇ ਅਸੀਂ ਤੇ ਉਹੀ ਦੇਖ ਰਹੇ ਹਾਂ ਜੋ ਬਾਈਬਲ ਵਿੱਚ ਜੀ। ਹਾਂਜੀ, ਇਹਦੇ ਲਿਖਿਆ ਜੀ, ਪਹਿਲਾ ਪਤਰਸ 3:4 ਇਸ ਤਰ੍ਹਾਂ ਲਿਖਿਆ ਹੈ, ਲਿਖਿਆ, ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਉਸ ਅਵਿਨਾਸ਼ੀ ਸ਼ਿੰਗਾਰ ਨਾਲ ਹੈ,
ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ, ਕਿਉਂ ਜੋ ਉਹ ਪਰਮੇਸ਼ਰ ਦੇ ਲੇਖੇ ਵੱਡੇ ਮੁੱਲ ਦਾ ਹੈ। ਸੋ ਇੱਕ ਪ੍ਰਾਣ ਲਈ, ਇੱਕ ਰੂਹ ਲਈ ਕਿਹਾ ਗਿਆ, ਅੰਗਰੇਜ਼ੀ ਚ ਅੰਗਰੇਜ਼ੀ 'ਚ ਪੜ੍ਹਦੇ ਹੈ ਨਾ। ਹਾਂ 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 ਕਿਉਂਕਿ ਫਿਰ ਸਾਨੂੰ ਇਹਦੇ ਲਈ ਦੇਖੋ ਅਸੀਂ ਤਾਂ ਉਹੀ ਗੱਲਾਂ ਕਰ ਰਹੇ ਹਾਂ ਜੋ ਬਾਈਬਲ ਵਿੱਚ ਹੈ। ਸੋ ਲਿਹਾਜ਼ਾ ਡਿਫਰੈਂਟ ਟਰਾਂਸਲੇਸ਼ਨਸ, ਹੋਰ ਕਿੰਨੀਆਂ ਟਰਾਂਸਲੇਸ਼ਨਸ ਨੇ, ਵਿਚ ਇਜ਼ ਗੁੱਡ। ਹਾਂ ਪਹਿਲਾਂ ਪੜ੍ਹਦੇ ਜੀ ਸੀ। ਸਰ, ਪਹਿਲਾ ਪਤਰਸ 3 ਦੀ ਆਪਾਂ 21 ਕਿੰਨੀ ਪੜ੍ਹਨੀ ਸੀਗੀ? 3 ਦੀ 4 ਹੋਣੀ ਹੈ। ਸੌਰੀ ਜੀ 3 ਦੀ 4, ਹਾਂਜੀ। ਉਹਦੇ ਵਿੱਚ ਲਿਖਿਆ ਹੈ, ਬਟ ਲੈਟ ਇਟ ਬੀ ਦਾ ਹਿਡਨ ਮੈਨ ਆਫ ਦਾ ਹਾਰਟ in that which is not ਫਿਰ ਪੜ੍ਹਨਾ ਹਿਡਨ, let it be the hidden man of the heart ਹਾਰਟ, in that which is not corruptible, ਹਾਂ, even the ornament of a meek and the quiet spirit, which Yeah. is the spirit of the God of great price। ਹਾਂਜੀ, ਇੱਕ ਇਹ ਵੀ ਹੈਗਾ ਜੀ, ਆਪਾਂ ਜਿਹੜਾ ਹੈਗਾ ਆ ਪਰਮੇਸ਼ਰ ਦਾ ਵਚਨ 2 ਧਾਰੀ ਤਲਵਾਰ ਹੈ ਜੀ, ਉਹ ਆਪਣੇ ਸਪਿਰਿਟ ਤੇ ਸੋਲ ਨੂੰ ਉਹ ਅਲੱਗ-ਅਲੱਗ, ਜਿਹੜਾ ਪੰਜਾਬੀ ਕਹਿੰਦੇ ਰੂਹ ਤੇ ਆਪਣੇ ਹਿਬਰੂ 'ਚ ਹੈ ਹਾਂਜੀ, ਉਹ ਕਿ ਅਲੱਗ-ਅਲੱਗ ਬੰਦ ਗੁੱਦੇ ਵਿੱਚੋਂ ਗੁਜ਼ਰ ਜਾਂਦਾ ਹੈ, ਹਾਂ ਸੋਲ, ਬੋਡੀ ਤੇ ਸਪਿਰਿਟ ਵਿੱਚੋਂ। ਹਾਂ, ਉਹ ਅਲੱਗ-ਅਲੱਗ ਕਰ ਦਿੰਦਾ ਸਪਿਰਿਟ ਵੱਖਰੇ। ਪਹਿਲਾ ਤਸਨੀਕੀਆਂ 5:23 'ਚ ਇਹ ਫਿਰ ਆ ਜਾਂਦਾ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਆਉਣ ਤੱਕ ਸਾਡੀ ਆਤਮਾ, ਪ੍ਰਾਣ ਤੇ ਸਰੀਰ ਇਹ ਇਸ ਲਈ ਵੱਖਰੇ ਨੇ। ਹਾਂ 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 ਤੇ ਹਾਂਜੀ, ਉਹ ਹਿਬਰੂ ਦਾ ਕਿੰਨਾ ਸੀਗਾ ਜੀ? ਉਹ ਪੜ੍ਹ ਦਿੰਦੇ ਤਾਂ ਕਿ ਆਪਾਂ ਹੋਰ ਕਲੀਅਰ ਹੋ ਜਾਏ। ਜੀ ਜੀ ਜੀ। ਇਬਰਾਨੀਆਂ, ਉਹ ਅੱਛਾ, ਉਹ ਲਿਖਿਆ ਨਹੀਂ ਸੀ, ਠੀਕ ਹੈ, ਮੇਰੇ ਖਿਆਲ ਹੈ ਉਹ ਕੱਢ ਲਓ। ਚੌਥੀ ਹਾਂਜੀ, 4 ਦੀ 12 ਹੈ ਜੀ, ਹਿਬਰੂ ਚੈਪਟਰ 4 ਵਰਸ 12। ਹਿਬਰੂ 4 ਦੀ 12 ਦੇ ਵਿੱਚ ਦੇਖੋ ਜਿਸ ਤਰ੍ਹਾਂ ਲਿਖਿਆ ਹੈ ਜੀ, ਕਿਉਂ ਜੋ ਪਰਮੇਸ਼ਰ ਦਾ ਵਚਨ ਜਿਉਂਦਾ ਅਤੇ ਗੁਣਕਾਰ ਅਤੇ ਹਰੇਕ 2 ਧਾਰੀ ਤਲਵਾਰ ਨਾਲੋਂ ਤਿੱਖਾ ਅਤੇ ਜੀਵ ਦੀ ਆਤਮਾ ਨੂੰ ਅਤੇ ਬੰਦ ਅਤੇ ਗੁੱਦੇ ਨੂੰ ਅੱਡ ਕਰਕੇ ਵਿੰਨ ਸੁੱਟਦਾ ਹੈ ਅਤੇ ਮਨ ਦਿਆਂ ਵਿਚਾਰਾਂ ਉੱਤੇ ਧਾਰਨਾ ਨੂੰ ਜਾਂਚ ਲੈਂਦਾ ਹੈ। ਆਤਮਾ, ਪ੍ਰਾਣ ਸਰੀਰ ਦੇ ਵਿੱਚੋਂ ਗੁਜ਼ਰ ਜਾਂਦਾ ਹੈ। ਹਾਂ, ਤੇ ਇਹਨੂੰ ਵੀ ਥੋੜਾ ਜਿਹਾ ਹਾਂਜੀ ਵਿੱਚ ਪੜ੍ਹ ਲਈਏ। ਮੈਂ ਬੜਾ ਖੁਸ਼ ਹੁੰਦਾ, ਹਾਂਜੀ ਤੁਸੀਂ ਪੂਰੀ ਖੋਜ ਕਰਦੇ ਹੋ, ਹੈ ਨਾ। ਕਰਨੀ ਚਾਹੀਦੀ ਹੈ। ਕਿਉਂ ਕਰਨੀ ਚਾਹੀਦੀ ਹੈ? ਓਹੋ, ਜ਼ਬੂਰ 119 ਉਹਦੀ 130 ਵਰਸ ਹਾਂਜੀ ਹਾਂਜੀ ਲਿਖ ਲਿਓ, ਫਿਰ ਮੈਨੂੰ ਭੁੱਲ ਜਾਂਦਾ। ਸੌਰੀ, ਕਿੰਨੀ ਸੀਗੀ ਜੀ? ਜ਼ਬੂਰ 119 ਦੀ 130 ਆਏ, 30 ਦਾ ਫਿਰ ਹੁਣ ਉਹ ਭਾਈ ਤਰਸੇਮ ਕਹਿੰਦੇ ਨੇ 3 ਉਹ ਮੈਂ ਉੱਥੇ ਲਿਖਿਆ 3 119 ਦੀ 30 119 ਦੀ 130 ਅੱਛਾ 103 ਅੰਗਰੇਜ਼ੀ 'ਚ ਬੋਲੋ 119। ਹਾਂ, ਸਾਮਸ 119 ਵਰਸ 130। ਇਹ ਗੱਲ ਹੈ। ਜੀ 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 ਸਰ, ਸੌਰੀ। ਹੀਬਰੂ 4 ਦੀ 12 ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਜ਼ਰਾ ਗਣਾਇਓ। ਹਾਂਜੀ ਜੀ। For the word of God is quick, ਤੇਜ਼ ਹੈ, and powerful, and sharper ਤੇਜ਼ ਵੀ than the two-edged sword, ਕਿਆ ਬਾਤ। 2 ਧਾਰੀ ਤਲਵਾਰ ਤੋਂ ਵੀ ਤਿੱਖਾ ਹੈਗਾ, piercing even to the dividing around of the soul and spirit। ਇੱਥੇ ਸਾਬ ਲਿਖਿਆ ਨਾ, ਇਹ ਦੇਖੋ ਨਾ, ਆ ਗਿਆ ਵੱਖਰਾ ਕਰਦਾ ਸੋਲ ਤੇ ਸਪਿਰਿਟ ਨੂੰ। ਹਾਂ, ਸੋਲ ਤੇ ਸਪਿਰਿਟ ਨੂੰ ਵੱਖਰਾ ਕਰਦਾ, ਕਿਉਂਕਿ ਜਿਹੜੀ ਸੋਲ ਹੈ ਸਾਡੀ, ਹੈ ਨਾ, ਮਨ ਹੈ ਜਿਹੜਾ, ਉਹਨੂੰ ਬਚਨ ਆਪ ਲਿਖਿਆ ਨਾ, ਮਨ ਚੰਚਲ ਹੈ। ਆਹੋ, ਹਾਂਜੀ, ਹਾਂਜੀ, ਮਨ ਦੇ ਵਿੱਚ ਸਾਡੇ ਅਭਿਲਾਸ਼ਾਵਾਂ, ਲਾਲਚ ਜਾਂ ਕੁਛ ਵੀ ਚੀਜ਼ਾਂ ਹੁੰਦੀਆਂ, ਤੇ ਉਹਨੂੰ ਵੱਖਰਾ ਕਰਦਾ, ਸਪਿਰਿਟ ਤੇ ਸੋਲ ਨੂੰ, ਜਾਨ ਤੇ ਆਤਮਾ ਨੂੰ ਵੱਖਰਾ ਕਰਦਾ, ਐਂਡ ਟੂ ਦ ਜੁਆਇੰਟਸ ਐਂਡ ਨੈਰੋਜ਼ ਨੂੰ ਵੀ ਸੈਪਰੇਟ ਕਰਦਾ, ਐਂਡ ਇਜ਼ ਏ ਡਿਸਰਨ ਆਫ ਦੀ ਥਾਟਸ ਆਫ ਦੀ ਇੰਟੈਂਟ ਆਫ ਦਾ ਹਾਰਟ। ਜਿਹੜੀ ਸਾਡੀ ਦਿਲ ਦੀਆਂ ਸੋਚਾਂ ਹੈਗੀਆਂ, ਉਹਨੂੰ ਪਰਖਦਾ ਹੈਗਾ, ਚੰਗਾ ਮਾੜਾ। ਤਾਂ ਹੀ ਨਾ ਸੋਲ ਤੇ ਸਪਿਰਿਟ ਨੂੰ, ਜਾਨ ਤੇ ਆਤਮਾ ਨੂੰ ਵੱਖਰਾ ਕਰਦਾ ਹੈ। ਕਿਆ ਬਾਤ, ਹਾਲੇਲੂਇਆ। ਦੇਖੋ, ਇਹ ਜਿਹੜਾ ਸਿਨ ਜਿਹੜਾ ਹੈ, ਉਹ ਇਨਸਾਨ ਦੇ ਵਿੱਚ ਸਪਿਰਿਟ ਤੋਂ ਨਹੀਂ ਆਇਆ, ਆਤਮਾ ਤੋਂ ਨਹੀਂ ਆਇਆ, ਪ੍ਰਾਣ ਤੋਂ ਆਇਆ।
ਪ੍ਰਾਣ ਵਿੱਚ ਕੀ ਹੈ? ਸਾਡੀ ਜ਼ੇਨ ਹੈ। ਪ੍ਰਾਣ ਵਿੱਚ ਕੀ ਹੈ? ਆਜ਼ਾਦ ਮਰਜ਼ੀ ਹੈ। ਉਹ ਖੁਦਾ ਨੇ ਕਿਹਾ ਨਾ ਖਾਇਓ, ਖਾ ਲਿਆ। ਤੇ ਇਮੋਸ਼ਨਸ ਨੇ। ਸੋ ਪ੍ਰਾਣ ਉਹਦੇ ਤੇ ਆਇਆ। ਇਸ ਲਈ ਪ੍ਰਭੂ ਯਿਸੂ ਮਸੀਹ ਨੂੰ ਸ਼ਬਦ ਨੂੰ ਸਰੀਰ ਲੈ ਕੇ ਆਣਾ ਸੀ ਤਾਂ ਕਿ ਜਾਨ ਮੀਨਸ ਪ੍ਰਾਣ ਤੋਂ ਹੀ ਸਿਨ ਆਇਆ ਤੇ ਪ੍ਰਾਣ ਦੇ ਵਿੱਚ ਬਲੱਡ ਬਹਾਇਆ ਗਿਆ। ਅਬਰਾਨੀਓ 9:22 ਚ ਲਿਖਿਆ ਖੂਨ ਬਹਾਏ ਬਗੈਰ ਮਾਫੀ ਨਹੀਂ। ਹੁਣ ਸ਼ਬਦ ਤੇ ਆਤਮਾ, ਪਿਤਾ ਪਰਮੇਸ਼ਵਰ ਆਤਮਾ ਤੇ ਪਵਿੱਤਰ ਆਤਮਾ, ਇਸ ਲਈ ਸ਼ਬਦ ਨੂੰ ਦੇ ਧਾਰ ਕੇ ਅਬਰਾਨੀਓ 2:14 ਦੇ ਮੁਤਾਬਿਕ ਜਿੰਜ ਲੜਕੇ ਖੂਨ ਤੇ ਮਾਸ ਸੇ ਸਾਂਝ ਰੱਖਦੇ ਨੇ, ਇੰਜ ਯਿਸੂ ਆਇਆ। ਕਿਉਂਕਿ ਪ੍ਰਾਣ ਖੂਨ ਬਹਾਏ ਬਗੈਰ ਨਹੀਂ, ਇਸ ਲਈ ਯਿਸੂ ਨੇ ਆਪਣਾ ਕੀਮਤੀ ਲਹੂ ਬਹਾਇਆ। ਹੁਣ ਆਤਮਾ ਤੇ ਨਹੀਂ ਨਾ ਮਾਰੀ ਜਾ ਸਕਦੀ, ਇਸ ਲਈ ਉਹ ਇਸ ਸਰੀਰ ਵਿੱਚ ਆਣ ਕੇ ਸੂਲੀ ਚੜਿਆ। ਬਿਲਕੁਲ ਜੀ। ਅੱਛਾ, ਤੇ ਇੱਕ ਚੀਜ਼ ਹੋਰ ਹੈ ਕਿ ਇਹਦੇ ਵਿੱਚ ਅਸੀਂ ਵਚਨ ਵਿੱਚ ਇੱਕ ਚੀਜ਼ ਹੋਰ ਦੇਖ ਲਈਏ ਕਿ ਉਹ ਜਿਹੜਾ ਹੈ ਨਾ ਸਵਰਗ, ਇਹ ਫਟੋਫਟ ਕਾਬੂ ਕਰ ਲਓ, ਉਹ ਜਿਹੜਾ ਪਵਿੱਤਰ ਆਤਮਾ, ਠੀਕ ਹੈ, ਜ਼ਬੂਰ 33:6 ਦੇ ਮੁਤਾਬਿਕ ਲਿਖਿਆ ਹੈ ਕਿ ਇਹ ਜਿਹੜੇ ਜਿਹੜਾ ਆਕਾਸ਼ ਨੇ ਪਰਮੇਸ਼ਵਰ ਦੇ ਵਚਨ ਤੋਂ ਤੇ ਬਾਕੀ ਸਾਰਾ ਲਸ਼ਕਰ ਜਿਹੜਾ ਨਾ ਪਵਿੱਤਰ ਆਤਮਾ ਦੇ ਦਮ ਨਾਲ ਬਣਿਆ ਹੈ। ਇਹ ਸਾਰਾ ਕੁਝ ਇਹ ਪਵਿੱਤਰ ਆਤਮਾ ਦੀ ਗੱਲ ਹੋ ਰਹੀ ਹੈ। ਸੋ ਨੰਬਰ 2 ਕਿ ਪਵਿੱਤਰ ਆਤਮਾ ਇਸ ਯੂਨੀਵਰਸ ਨੂੰ ਚਲਾਉਂਦਾ ਵੀ ਹੈ। ਠੀਕ ਹੈ, ਬਿਲਕੁਲ, ਮਤਲਬ ਇਹ ਯੂਨੀਵਰਸ ਨੂੰ ਚਲਾਉਂਦਾ ਕਿਉਂਕਿ ਉਹ ਹੈ ਹੀ ਇੱਥੇ ਹੀ ਹੈ। ਇਹ ਯਸਾਇਆ 40:12 ਤੇ 13 ਆਇਤ। ਅੱਛਾ, ਇਹ ਜਿਹੜਾ ਪਵਿੱਤਰ ਆਤਮਾ ਸ੍ਰਿਸ਼ਟੀ ਦੀ ਗੱਲ ਹੋ ਰਹੀ ਹੈ, ਇਹਨੂੰ ਖੂਬਸੂਰਤ ਵੀ ਬਣਾਉਂਦਾ ਰਹਿੰਦਾ ਹੈ, ਬਿਊਟੀਫੁਲ ਬਣਾਉਂਦਾ ਰਹਿੰਦਾ ਹੈ। ਅਯੂਬ 26 ਦੀ ਅਯੂਬ ਮੀਨਸ ਜੋਬ 26:13। ਫਿਰ ਪਵਿੱਤਰ ਆਤਮਾ ਇਹ ਜਿਹੜਾ ਹੁਣ ਦਾ ਸਿਸਟਮ ਹੈ ਨਾ ਰੱਬ ਦਾ, ਇਹਨੂੰ ਕਾਇਮ ਵੀ ਰੱਖਦਾ ਹੈ, ਬੈਲੈਂਸ ਵਿੱਚ ਰੱਖਦਾ ਹੈ। ਠੀਕ ਹੈ, ਹਾਂਜੀ, ਹਾਂ, ਠੀਕ ਹੈ। ਉਹਦਾ ਜੇ ਜ਼ਬੂਰ ਜਾਂ ਸਾਮਸ 104 ਦੀ 10 ਤੇ 11 ਹੈ, ਤੇ ਜੋਬ ਜਾਂ ਅਯੂਬ 34 ਦੀ 14 ਤੇ 15। ਅੱਛਾ, ਇਹ ਫਿਰ ਪਵਿੱਤਰ ਆਤਮਾ ਦੀ ਗੱਲ ਹੁੰਦੀ ਹੈ। ਸਵਾਲ ਬੜਾ ਅੱਛਾ ਹੈ। ਇਹ ਇਸ ਯੂਨੀਵਰਸ ਨੂੰ ਨਇਆ ਬਣਾਉਂਦਾ ਰਹਿੰਦਾ ਹੈ, ਨਇਆ ਬਣਾਉਂਦਾ ਜਾਂ ਉਹਨੂੰ ਕਹਿੰਦੇ ਨੇ ਰੀਨਿਊ ਕਰਦਾ ਹੈ। ਹਾਂ, ਜ਼ਬੂਰ 104 ਦੀ 30 ਬੋਲਾਂਗਾ, 30 ਨਹੀਂ ਬੋਲਾਂਗਾ। ਸਾਮਸ 104:30। ਹਾਂਜੀ, ਇਹ ਜੇ ਇਸ ਸ੍ਰਿਸ਼ਟੀ ਦੇ ਵਿੱਚ ਕੰਮ ਜਾਨਵਰਾਂ 'ਚ ਆ ਗਏ ਤੇ ਇਹ ਹੋਰ ਵੀ ਬਾਹਰ ਵਾਲੇ। ਹਾਂ, ਆਪਾਂ ਦੇਖ ਲਿਆ ਜੀ ਕਾਫੀ। ਹਾਂਜੀ, ਇਹਨਾਂ ਨੂੰ ਡਿਟੇਲ ਵਿੱਚ ਪੜ੍ਹ ਲਓਗੇ ਤੇ ਇਹ ਹੀ ਮਤਲਬ ਨਿਕਲੇਗਾ। ਹਾਂ, ਬਿਲਕੁਲ, ਠੀਕ ਹੈ ਸਰ। ਠੀਕ ਹੈ ਜੀ। ਆਪਣਾ ਹੁਣ ਹਾਲੇਲੂਇਆ। ਠੀਕ ਹੈ ਜੀ, ਆਪਾਂ ਇੱਥੇ ਫਿਨਿਸ਼ ਕਰੀਏ। ਹਾਲੇਲੂਇਆ। ਪਰਮੇਸ਼ਰ ਪਿਤਾ ਆਪਦਾ ਸ਼ੁਕਰ ਕਰਦੇ ਹਾਂ ਸਾਰੇ ਵਚਨ ਦੇ ਲਈ ਜੋ ਪਵਿੱਤਰ ਆਤਮਾ ਦੁਆਰਾ ਪੜ੍ਹਿਆ ਗਿਆ। ਆਪਦਾ ਸ਼ੁਕਰ ਕਰਦੇ ਹਾਂ ਪਵਿੱਤਰ ਆਤਮਾ ਦੇ ਔਰ ਵੱਖਰੇ ਵੱਖਰੇ ਕੰਮਾਂ ਦੇ ਲਈ, ਜਿਸ ਤਰ੍ਹਾਂ ਪਵਿੱਤਰ ਆਤਮਾ ਸਭ ਦੇ ਵਿੱਚ ਕੰਮ ਕਰਦਾ ਹੈ। ਆਪਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ ਇਸ ਵਚਨ ਦੇ ਲਈ, ਔਰ ਇਹ ਸਾਰੇ ਵਚਨ ਤੇ ਆਪ ਦੀ ਬਰਕਤ ਠਹਿਰ ਜਾਏ, ਸੁਣਨ ਵਾਲੇ ਬਰਕਤ ਪਾਉਣ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਪ੍ਰੋਟੈਕਟ ਕਰਦੇ ਹਾਂ ਤਾਂ ਕਿ ਸ਼ੈਤਾਨ ਇਸ ਦੇ ਵਿੱਚ ਕੋਈ ਚੋਰੀ ਹੈਰਾਫੇਰੀ ਨਾ ਕਰ ਸਕੇ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।